ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨਮ ਸਾਖੀ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ। ਬਾਬਾ ਜੀ ਦੇ 4 ਚੇਲਿਆਂ ਦੀ ਕਥਾ। ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਬਾਰਸ਼ ਨਗਰ ਪੁੱਜੇ ਤਾਂ ਉਹਨਾਂ ਦੇ ਨਾਲ ਹੀ ਵੱਡਾ ਸਾਹਿਬਜ਼ਾਦਾ ਗੁਰਦਿੱਤਾ ਜੀ ਵੀ ਸਨ। ਤਾਂ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਾਹਿਬਜ਼ਾਦੇ ਜੀ ਦੀ ਮੰਗ ਕਰ ਲਈ। ਤਾਂ ਗੁਰੂ ਜੀ ਨੇ ਸਾਹਿਬਜ਼ਾਦਾ ਗੁਰਦਿੱਤਾ ਜੀ ਨੂੰ ਬਾਬਾ ਜੀ ਦੇ ਭੇਟ ਕਰ ਦਿੱਤਾ। ਤਾਂ ਬਾਬਾ ਜੀ ਨੇ ਇੱਥੇ ਹੀ ਸੇਲੀ ਟੋਪੀ ਦੇ ਕੇ ਗੁਰਦਿੱਤਾ ਜੀ ਨੂੰ ਆਪਣਾ ਚੇਲਾ ਕਰ ਲਿਆ ਸੀ। ਇਤਿਹਾਸ ਦੱਸਦਾ ਹੈ ਕਿ ਬਾਬਾ ਗੁਰਦਿੱਤਾ ਜੀ ਪਹਿਲੇ ਗ੍ਰਹਿਸਥੀ ਉਦਾਸੀ ਸਾਧੂ ਹੀ ਸਨ। ਇਹਨਾਂ ਦੇ ਹੀ ਪੁੱਤਰ 7ਵੇਂ ਗੁਰੂ ਹਰ ਰਾਏ ਜੀ ਸਨ। ਬਾਬਾ ਗੁਰਦਿੱਤਾ ਜੀ ਚੇਤਰ ਸੁਦੀ 10 ਸੰਮਤ 1695 ਨੂੰ ਕੀਰਤਪੁਰ ਸਾਹਿਬ ਵਿਖੇ 25 ਸਾਲ ਦੀ ਅਵਸਥਾ ਭੋਗ ਕੇ ਸੱਚਖੰਡ ਨੂੰ ਸੁਧਾਰ ਗਏ। ਉਸ ਵੇਲੇ ਬਾਬਾ ਸ਼੍ਰੀ ਚੰਦਰ ਜਗਤ ਗੁਰੂ ਜੀ ਦੀ ਅਵਸਥਾ 44 ਵਰਸ ਜੀ ਦੀ ਸੀ। ਬਾਬਾ ਗੁਰਦਿੱਤਾ ਜੀ ਨੇ ਆਪਣੀ ਅਵਸਥਾ ਵਿੱਚ 4 ਚੇਲੇ ਥਾਪੇ, ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੀ ਸੰਤ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸ਼ਕਤੀਆਂ ਦੇ ਕੇ ਭੇਜਿਆ। ਸ੍ਰੀ ਬਾਲੂ ਹਸਨਾ ਜੀ, ਇਹਨਾਂ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ। ਸ੍ਰੀਨਗਰ ਕਸ਼ਮੀਰ ਵਿੱਚ ਜਨਮੇ ਸੀ। ਪਹਿਲੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸਨ। ਸੰਮਤ 1693 ਵਿੱਚ ਬਾਬਾ ਗੁਰਦਿੱਤਾ ਜੀ ਨੇ ਚੇਲਾ ਥਾਪਿਆ ਸੀ। ਇਹ ਮਹਾਤਮਾ ਜੀ ਉਦਾਸੀਨ ਸੰਪਰਦਾਇ ਦੇ ਧੂਣੇ ਦੇ ਮੁਖੀ ਹੋਏ ਹਨ। ਇਹ ਅਲਮਸਤ ਜੀ ਦੇ ਛੋਟੇ ਭਾਈ ਸਨ। ਇਹਨਾਂ ਦਾ ਦੇਹਾਂਤ ਦੇਹਰਾਦੂਨ ਸੰਮਤ 1717 ਵਿੱਚ ਹੋਇਆ ਸੀ। ਬਾਬਾ ਰਾਮ ਰਾਏ ਜੀ ਦੇ ਡੇਰੇ 'ਤੇ ਮਹੰਤ ਸਾਹਿਬ ਇਹਨਾਂ ਮਹਾਤਮਾ ਜੀ ਦੀ ਸੰਪਰਦਾ ਦੇ ਹੁਣ ਤੱਕ ਚੇਲੇ ਚਲੇ ਆਉਂਦੇ ਹਨ। ਸ੍ਰੀ ਅਲਮਸਤ ਜੀ, ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤੇ ਬਾਬਾ ਸ਼੍ਰੀ ਚੰਦਰ ਜੀ ਦੇ ਆਤਮ ਗਿਆਨੀ ਸਾਧੂ ਸੇਵਕ ਸਨ। ਸ੍ਰੀ ਬਾਲੂ ਹਸਨਾ ਜੀ ਦੇ ਛੋਟੇ ਭਾਈ ਸਨ। ਇਹਨਾਂ ਦਾ ਪਹਿਲੇ ਕਮਲੀਆ ਨਾਮ ਸੀ, ਬਾਅਦ ਵਿੱਚ ਸ੍ਰੀ ਅਲਮਸਤ ਜੀ ਨਾਮ ਪ੍ਰਸਿੱਧ ਹੋਇਆ। ਬਾਬਾ ਸ਼੍ਰੀ ਚੰਦਰ ਜੀ ਦੇ ਸੇਵਾਦਾਰ ਬਹੁਤ ਅਰਸੇ ਤੱਕ ਸਾਧ ਹੀ ਰਹੇ। ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਨੇ ਚੇਲਾ ਥਾਪ ਕੇ ਰਿਧੀਆਂ ਬਖਸ਼ ਕੇ ਪ੍ਰਚਾਰ ਹਿਤ ਭੇਜਿਆ। ਇਹ ਵੀ ਇੱਕ ਧੂਣੇ ਦੇ ਮੁਖੀ ਹੋਏ ਹਨ। ਨਾਨਕ ਮੱਤੇ ਜਿਸ ਪਿੱਪਲ ਦੇ ਹੇਠਾਂ ਗੁਰੂ ਨਾਨਕ ਜੀ ਬੈਠੇ ਸਨ, ਉਸ ਪਿੱਪਲ ਨੂੰ ਗੋਰਖਮਤੀ ਜੋਗੀਆਂ ਨੇ ਸਾੜ ਦਿੱਤਾ ਸੀ। ਤਾਂ ਅਲਮਸਤ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ। ਗੁਰੂ ਜੀ ਨੇ ਪਹੁੰਚ ਕੇ ਕੇਸਰ ਅਤੇ ਚੰਦਨ ਪਾਣੀ ਵਿੱਚ ਪੀਸ ਕੇ ਪਿੱਪਲ ਦੇ ਛਿੱਟੇ ਮਾਰੇ ਸਨ। ਉਸ ਦਿਨ ਤੋਂ ਉਹ ਪਿੱਪਲ ਸੁਰਜੀਤ ਹੋ ਗਿਆ। ਹੁਣ ਤੱਕ ਉਸ ਪਿੱਪਲ ਦੇ ਪੱਤਿਆਂ ਉੱਪਰ ਛਿੱਟਾਂ ਦੇ ਨਿਸ਼ਾਨ ਆ ਰਹੇ ਹਨ। ਸ੍ਰੀ ਅਲਮਸਤ ਜੀ ਦਾ ਦੇਹਾਂਤ ਨਾਨਕ ਮੱਤੇ ਸੰਮਤ 1700 ਵਿੱਚ ਹੋਇਆ ਸੀ। ਸ੍ਰੀ ਫੁੱਲ ਸ਼ਾਹ ਸਾਹਿਬ ਜੀ, ਇਹਨਾਂ ਦਾ ਜਨਮ 1620 ਵਿੱਚ ਕਸ਼ਮੀਰ ਅੰਦਰ ਹੋਇਆ ਸੀ। ਇਹ ਗੋਂਦਾ ਜੀ ਦੇ ਵੱਡੇ ਭਾਈ ਸਨ। ਕਸ਼ਮੀਰੀ ਖੱਤਰੀ ਘਰਾਣੇ ਵਿੱਚ ਜਨਮੇ ਸਨ। ਇਹ ਵੀ ਇੱਕ ਧੂਣੇ ਦੇ ਮੁਖੀ ਹੋਏ ਹਨ। ਸ੍ਰੀ ਗੋਇੰਦਾ ਸਾਹਿਬ ਜੀ, ਇਹ ਵੀ ਕਸ਼ਮੀਰੀ ਖੱਤਰੀਆਂ ਦੇ ਘਰ ਕਸ਼ਮੀਰ ਵਿੱਚ ਸੰਮਤ 1626 ਵਿੱਚ ਇਹਨਾਂ ਦਾ ਜਨਮ ਹੋਇਆ। 1661 ਵਿੱਚ ਇਹਨਾਂ ਨੂੰ ਬਾਬਾ ਗੁਰਦਿੱਤਾ ਜੀ ਨੇ ਚੇਲਾ ਥਾਪਿਆ। ਇਹਨਾਂ ਦਾ ਦੇਹਾਂਤ ਸੰਮਤ 1676 ਵਿੱਚ ਫਲੋਰ ਅੰਦਰ ਹੋਇਆ। ਫੁੱਲ ਸਾਹਿਬ ਜੀ ਅਤੇ ਗੋਇੰਦਾ ਸਾਹਿਬ ਜੀ ਦੋਨੋਂ ਹੀ ਸਕੇ ਭਾਈ ਸਨ, ਜਿਨ੍ਹਾਂ ਦੇ ਪਿਤਾ ਜੈਦੇਵ ਜੀ ਅਤੇ ਮਾਤਾ ਜੀ ਦਾ ਨਾਮ ਸਬਦਰਾ ਸੀ। ਬੱਚਿਆਂ ਦੇ ਵਰ ਦੋਨਾਂ ਨੇ ਅੱਗੜ ਪਿੱਛੜ ਵੱਖੋ ਵੱਖ ਲਏ ਸਨ। ਪਹਿਲੇ ਜੈਦੇਵ ਜੀ ਗਏ, ਉਹ ਗੋਂਦਾ ਜੀ ਦਾ ਵਰ ਲੈ ਆਏ। ਬਾਅਦ ਵਿੱਚ ਸਬਦਰਾ ਵੀ ਚਲੀ ਗਈ, ਉਹ ਫੁੱਲ ਜੀ ਦਾ ਵਰ ਲੈ ਆਈ। ਇਹਨਾਂ ਦਾ ਪਿੱਤਰ ਨਾਮ ਗੋਂਦਾ ਸੀ ਅਤੇ ਗੋਇੰਦਾ ਸਾਹਿਬ ਕਰਕੇ ਪੁਕਾਰਿਆ ਜਾਂਦਾ ਹੈ। ਇਹਨਾਂ ਦੇ ਨਾਮ 'ਤੇ ਹੀ 4 ਧੂਣੇ ਪ੍ਰਸਿੱਧ ਹਨ, ਜੋ ਉਦਾਸੀਨ ਸੰਪਰਦਾ ਦੇ ਰੋਸ਼ਨ ਨਾਮ ਹਨ। ਐਸੀ ਚਾਲ ਪ੍ਰਸਿੱਧ ਸੀ। ਹੁਣ ਸ੍ਰੀ ਮਾਨ ਮਹੰਤ ਪ੍ਰੀਤ ਦਾਸ ਬਾਬਾ ਜੀ ਦੀ 6 ਬਖਸ਼ਿਸ਼ਾਂ ਜੀ। ਕਥਾ ਇਸ ਪ੍ਰਕਾਰ ਹੈ। ਸੁਤਰੇ ਸ਼ਾਹੀਏ ਭਗਵਾਨ ਭਗਤ ਭਗਵਾਨ ਦਾਸ ਜੀ ਦੀ ਬਖਸ਼ਿਸ਼ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਬਾਬਾ ਧਰਮਚੰਦ ਜੀ ਦੀ ਹੈ। ਜਦ ਅਮਰਨਾਥ ਜੀ ਦੀ ਯਾਤਰਾ ਤੋਂ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੇਹਰਾ ਗੁਰੂ ਨਾਨਕ ਵਿਖੇ ਸਾਹਿਬਜ਼ਾਦਾ ਧਰਮਚੰਦ ਜੀ ਦੇ ਦਰਸ਼ਨ ਕੀਤੇ।
ਪ੍ਰਤਾਪ ਵੇਖ ਕੇ ਮਨ ਪਤੀਜ ਗਿਆ ਕਿ ਮੈਂ ਇਹਨਾਂ ਦਾ ਸੇਵਕ ਚੇਲਾ ਬਣ ਜਾਵਾਂ ਤਾਂ ਠੀਕ ਹੋਵੇਗਾ। ਇਹ ਗਿਰੀ ਸੰਨਿਆਸੀਆਂ ਦਾ ਮਹੰਤ ਸੀ, ਜਿਸ ਦੀਆਂ 360 ਗੱਦੀਆਂ ਮਗਧ ਦੇਸ਼ ਵਿੱਚ ਚੱਲ ਰਹੀਆਂ ਸਨ। ਪਰ ਇਸੇ ਹੀ ਬਾਬਾ ਧਰਮਚੰਦ ਜੀ ਦਾ ਸੇਵਕ ਚੇਲਾ ਬਣ ਗਿਆ ਅਤੇ ਜੋ ਨਾਲ ਬਹੁਤ ਸਾਰੇ ਇਸਦੇ ਭੇਖ ਦੇ ਸਾਧੂ ਸੀ, ਉਹ ਵੀ ਸਾਰੇ ਉਦਾਸੀ ਬਣ ਗਏ ਸਨ। ਸੋ ਇਹ ਭਗਤ ਭਗਵਾਨੀਏ ਕਹੇ ਜਾਂਦੇ ਹਨ। ਤੀਸਰੇ ਸੰਗਤ ਸਾਹਿਬੀਏ ਉਦਾਸੀ ਸਾਧੂ ਹਨ। ਸੰਗਤ ਸਾਹਿਬ ਜੀ ਦਾ ਪਹਿਲਾ ਨਾਮ ਫੇਰੂ ਜੀ ਸੀ। ਸੰਗਤ ਸਾਹਿਬ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਬੁਲਾਇਆ ਸੀ ਤਾਂ ਇਸ ਦੇ ਵਾਸਤੇ ਹੀ ਇਹ ਹੁਕਮ ਦਿੱਤਾ ਸੀ ਕਿ ਉਹ ਉਸ ਨੂੰ ਦਾੜੀ ਤੋਂ ਫੜ ਕੇ ਲੈ ਆਵੇ। ਐਸੇ ਹੀ ਹੋਇਆ। ਜਦ ਗੁਰੂ ਸਾਹਿਬ ਨੇ ਐਸੇ ਹੀ ਰੂਬਰੂ ਪਹੁੰਚੇ ਤਾਂ ਗੁਰੂ ਜੀ ਵੇਖ ਕੇ ਪ੍ਰਸੰਨ ਹੋ ਗਏ ਤਾਂ ਬਚਨ ਕੀਤਾ ਕਿ ਧੰਨ ਭਾਈ ਫੇਰੂ, ਸੱਚੀ ਦਾੜੀ ਆ ਗਏ ਹੋ। ਅਰ ਕਿਰਪਾਲੂ ਹੋ ਕੇ ਅੱਧੀ ਪਗੜੀ ਬਖਸ਼ੀ। ਉਸ ਵੇਲੇ ਬਹੁਤ ਸਾਰੇ ਉਦਾਸੀ ਸਾਧੂ ਮਸੰਦ ਸਨ। ਇਹਨਾਂ ਦਾ ਇਹ ਕੰਮ ਸੀ ਕਿ ਬਾਹਰ ਗੁਰਾਂ ਦੇ ਉਪਦੇਸ਼ ਦੇ ਕੇ ਸੰਗਤਾਂ ਨੂੰ ਗੁਰੂ ਚਰਨਾਂ ਵਿੱਚ ਲਾ ਆਉਂਦੇ ਸਨ। ਹੁਣ ਵੀ ਸ਼੍ਰੀ ਰਾਮ ਰਾਏ ਦੀ ਸੰਗਤ ਵਿੱਚ ਸੀ ਬਾਲੂ ਹਸਨਾ ਜੀ ਦੇ ਉਦਾਸੀ ਸਾਧੂ ਮਸੰਦ ਖਵਾਉਂਦੇ ਸਨ। ਜੀਤ ਮੱਲੀਏ ਉਦਾਸੀ ਸਾਧੂ ਦਸਮ ਗੁਰੂ ਜੀ ਦੀ ਬਖਸ਼ਿਸ਼ ਦੇ ਹਨ। ਸ਼੍ਰੀ ਬਖਤ ਮੱਲੀਏ ਉਦਾਸੀ ਸਾਧੂ ਸ਼੍ਰੀ ਦਸਮੇਸ਼ ਜੀ ਦੀ ਬਖਸ਼ਿਸ਼ ਦੇ ਹਨ। ਨਾਮ ਬੜਾ ਰੋਸ਼ਨ ਹੈ। ਮਸੰਦਾਂ 'ਤੇ ਤੇਲ ਪਾ ਕੇ ਸਾੜਨ ਦੇ ਸਮੇਂ ਛੋਟੀ ਉਮਰ ਵਿੱਚ ਨੱਠ ਕੇ ਗੁਰੂ ਜੀ ਦੇ ਮਹਿਲਾਂ ਦੇ ਪਾਸ ਚਲਾ ਗਿਆ ਸੀ ਤਾਂ ਮਾਤਾ ਜੀ ਨੇ ਇਹਨਾਂ ਨੂੰ ਬਖਸ਼ਾ ਲਿਆ ਸੀ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਦਾਸੀ ਭੇਖ ਦੀ ਬਖਸ਼ਿਸ਼ ਕੀਤੀ। ਇਹਨਾਂ 'ਤੇ ਮਹੰਤ ਸਾਧੂ ਗੱਦੀ ਬੈਠਣ ਦੇ ਸਮੇਂ ਚੂੜੀਆਂ ਦੋਨੀ ਬਾਹੀਂ ਪਹਿਨਦੇ ਹਨ। ਇਹ 4 ਧੂਣੇ ਅਤੇ 6 ਬਖਸ਼ਿਸ਼ਾਂ ਮਿਲ ਕੇ 10 ਨਾਮ ਉਦਾਸ ਹੈ। ਬਾਕੀ ਹੋਰ ਵੀ 2 ਸ਼ਾਖਾ ਵੱਖਰੀਆਂ ਹਨ। ਸ਼੍ਰੀ ਜੀਤ ਮੱਲੀਏ ਉਦਾਸੀ ਸਾਧੂ ਇਹ ਵੀ ਸ਼੍ਰੀ ਦਸਮ ਗੁਰੂ ਜੀ ਦੀ ਬਖਸ਼ਿਸ਼ ਦੇ ਹੀ ਹਨ। 2 ਬਖਸ਼ਾਂ ਵਿੱਚ ਹੀ ਹਨ, ਬਾਹਰ ਨਹੀਂ ਹਨ। ਦੂਸਰੇ ਇੱਕ ਹੋਰ ਵੀ ਵੱਖਰੇ ਉਦਾਸੀ ਸਾਧੂ ਹੋਏ ਹਨ ਜੋ ਰਾਵਲਪਿੰਡ ਅਰ ਥਾਨ ਸਿੰਘੀਏ ਥਾਨ ਸਿੰਘ ਦੇ ਹਨ, ਜੋ ਬਹੁਤ ਸਾਰੇ ਉਦਾਸੀ ਘਰਾਂ ਵਿੱਚੋਂ ਸ਼੍ਰੀ ਸੋਢੀ ਦੀ ਵੰਸ਼ ਦੇ ਚੇਲੇ ਹਨ। ਇਹ ਦੱਖਣੀ ਰਾਏ ਜੀ ਸੋਢੀ ਪ੍ਰਿਥੀ ਚੰਦ ਜੀ ਦੇ ਵੰਸ਼ ਦੇ ਸਨ। ਇਹਨਾਂ ਵਿੱਚ ਇੱਕ ਸੰਤ ਗੁਲਾਬ ਦਾਸ ਜੀ ਉਦਾਸੀ ਸੰਤ ਸੀ, ਇਸ ਲਈ ਗੁਲਾਬ ਦਾਸੀਏ ਉਦਾਸੀ ਸਾਧੂ ਵੀ ਇਸੀ ਭੇਖ ਦੇ ਸਮਝੇ ਚਾਹੀਦੇ ਹਨ। ਸ਼੍ਰੀ ਨਿਰਵਾਣ ਪ੍ਰੀਤਮ ਦਾਸ ਜੀ ਅਤੇ ਸ਼੍ਰੀ ਮਾਨ ਨਿਰਵਾਣ ਬਾਬਾ ਸੰਤੋਖ ਦਾਸ ਜੀ ਉਦਾਸੀਨ ਭੇਖ ਵਿੱਚ ਬੜੇ ਪ੍ਰਤਾਪੀ ਮਹਾਤਮਾ ਹੋਏ ਹਨ, ਜਿਨ੍ਹਾਂ ਇਸ ਉਦਾਸੀਨ ਭੇਖ ਦਾ ਨਾਮ ਰੋਸ਼ਨ ਕੀਤਾ। ਪਹਿਲਾਂ ਇਸ ਭੇਖ ਵਿੱਚ ਸਿਰ ਉੱਪਰ ਤਲਕਦੀ ਟੋਪੀ, ਗਲ ਵਿੱਚ ਲੰਬਾ ਚੋਲਾ, ਹੱਥ ਵਿੱਚ ਤੁੰਬਾ ਰੱਖਣ ਦਾ ਚਾਲ ਸੀ। ਪਹਿਲਾਂ ਸੰਤਾਂ ਦੇ ਨਾਮ ਭਾਈ ਨੱਥਾ ਜੀ, ਭਾਈ ਜੀਤਮਾਲ ਜੀ, ਭਾਈ ਮੀਹਾਂ ਜੀ, ਭਾਈ ਕਪੂਰਾ ਜੀ, ਭਾਈ ਲਾਲਾ ਜੀ, ਭਾਈ ਰਾਮਾ ਜੀ ਐਸੇ ਨਾਮ ਪ੍ਰਸਿੱਧ ਸੀ। ਹੁਣ ਸ਼੍ਰੀਮਾਨ ਮਹੰਤ ਪ੍ਰੀਤਮ ਦਾਸ ਜੀ ਅਤੇ ਸ਼੍ਰੀਮਾਨ ਮਹੰਤ ਸੰਤੋਖ ਦਾਸ ਜੀ ਦੇ ਵਰਕਤ ਨਾਮ ਇਸ ਤਰ੍ਹਾਂ ਦੇ ਪ੍ਰਸਿੱਧ ਹੋਏ ਹਨ। ਬ੍ਰਹਮਦਾਸ, ਹਰੀਦਾਸ, ਹੀਰਾਦਾਸ, ਕਪੂਰਦਾਸ, ਸ਼ਾਮਦਾਸ, ਹੀਰਾਦਾਸ ਇਸ ਤਰ੍ਹਾਂ ਦੇ ਨਾਮ ਪ੍ਰਸਿੱਧ ਹੋ ਗਏ ਹਨ। ਬ੍ਰਹਮ ਨਿਜ ਸਰੂਪ, ਬ੍ਰਹਮਕੂਟ, ਬ੍ਰਹਮ ਹਰੀ, ਪ੍ਰਕਾਸ਼, ਬਾਣਾਨੰਦ, ਸ਼ਾਮਾਨੰਦ, ਅਨੰਤਾਨੰਦ, ਮਹੰਤਾਨੰਦ ਇਹੋ ਜਿਹੇ ਨਾਮ ਰੋਸ਼ਨ ਹਨ। ਸਭ ਦਾ ਸਾਂਝਾ ਨਾਮ ਇੱਕੋ ਹੀ ਨਾਮ ਨਿਰਵਾਣ ਰੋਸ਼ਨ ਕਰ ਦਿੱਤਾ। ਹਰ ਵੇਸ ਇਸ ਪ੍ਰਕਾਸ਼ ਦੇ ਚੱਲ ਪਏ। ਸੱਜੇ ਕੰਨ ਵਿੱਚ ਮੁੰਦਰਾ, ਸਿਰ 'ਤੇ ਜਟਾਂ, ਬਵਰਾਣਾ, ਗਲੇ ਵਿੱਚ ਤੇ ਸੇਲੀ, ਤਨ 'ਤੇ ਵਿਭੂਤੀ ਅਤੇ ਲੱਕ ਵਿੱਚ ਜੰਜੀਰ, ਕੰਪੀਨ, ਲੰਗੋਟ। ਹੁਣ ਕੁਝ ਚਿਰਾਂ ਤੋਂ ਨਾਮ ਹੋਰ ਵੀ ਬਦਲ ਗਏ ਹਨ। ਪਰਮਹੰਸਾਂ ਨੇ ਆਤਮ ਸਰੂਪ, ਜੋਤੀ ਸਰੂਪ, ਚੇਤਨ ਕਣ, ਮਾਇਆ ਰਾਮ ਅਤੇ ਹਰੀ ਨਾਰਾਇਣ ਐਸੇ ਨਾਮ ਵੀ ਰੋਸ਼ਨ ਹੋਏ ਹਨ। ਇੱਕ ਹੋਰ ਚਾਲ ਚੱਲ ਪਈ ਹੈ। ਸਿਰ ਦਾੜੀ ਦੇ ਰੋਮ ਕਟਾ ਲੈਂਦੇ ਹਨ, ਉਸਤਰਾ ਵਰਤ ਲੈਂਦੇ ਹਨ। ਚੋਟੀ ਕੱਟਣ ਦੀ ਵੀ ਨਵੀਂ ਰਸਮ ਹੈ। ਪੁਰਾਤਨ ਸਮੇਂ ਜਟਾ ਜੂਟ ਸਨ। ਦੁਆਪਰ ਯੁੱਗ ਦੇ ਰਿਸ਼ੀ ਮੁਨੀ ਜਟਾ ਜੂਟ ਸੀ। ਤ੍ਰੇਤੇ ਯੁੱਗ ਦੇ ਰਿਸ਼ੀ ਮੁਨੀ ਜਟਾ ਜੂਟ ਸੀ। ਕਲ ਯੁੱਗ ਵਿੱਚ ਸ੍ਰੀ ਚੰਦਰ ਜੀ ਦੀ ਚੋਟੀ ਨਹੀਂ ਕੱਟੀ, ਗੁਰਦਿੱਤਾ ਜੀ ਦੀ ਚੋਟੀ ਨਹੀਂ ਕੱਟੀ, ਉਸਨੇ 4 ਚੇਲਿਆਂ ਦੀ ਨਹੀਂ ਕੱਟੀ, 6 ਬਖਸ਼ੀਸ਼ਾਂ ਦੀ ਨਹੀਂ ਕੱਟੀ। ਪਰ ਮਹਾਭਾਰਤ ਸਮੇਂ ਅਸ਼ਵਸਥਾਮਾ ਨੂੰ, ਪਾਂਡਵ ਪੁੱਤਰਾਂ ਨੂੰ ਸੁੱਤੇ ਪਿਆਂ ਦਾ ਮਾਰਨ ਦੀ ਸਜ਼ਾ
ਸ੍ਰੀ ਕ੍ਰਿਸ਼ਨ ਜੀ ਨੇ ਅਸ਼ਵਥਾਮਾ ਦੇ ਸਿਰ ਦੀ ਚੋਟੀ ਕੱਟ ਕੇ ਦੇਣ ਦੀ ਦਿੱਤੀ ਸੀ। ਇਹ ਸਜ਼ਾ ਅਸ਼ਵਥਾਮਾ ਨੂੰ ਬੁਰੀ ਲੱਗੀ ਔਰ ਲੋਕਾਂ ਨੂੰ ਮੂੰਹ ਨਾ ਵਿਖਾਉਣ ਹਿੱਤ ਤਪ ਕਰਨ ਹਿੱਤ ਜੰਗਲਾਂ ਨੂੰ ਚਲਿਆ ਗਿਆ। ਬਾਬਾ ਲਖਮੀ ਦਾਸ ਜੀ, ਇਹ ਬਾਬਾ ਸ਼੍ਰੀ ਚੰਦਰ ਜੀ ਦੇ ਛੋਟੇ ਭਾਈ ਸਨ। ਇਹਨਾਂ ਦਾ ਜਨਮ 1553 ਵਿੱਚ ਹੋਇਆ ਸੀ। 1560 ਵਿੱਚ ਵਿਆਹ ਹੋਇਆ। ਸੁਲਤਾਨਪੁਰ ਵਿੱਚ ਹੀ ਜਨਮ ਅਤੇ ਵਿਆਹ ਉੱਥੇ ਹੀ ਹੋਇਆ ਅਤੇ ਇਹਨਾਂ ਦੇ ਘਰ ਧਰਮਚੰਦ ਪੁੱਤਰ ਜਨਮਿਆ। ਫਿਰ ਇਹਨਾਂ ਦੇ ਘਰ ਮਾਨਕ ਚੰਦ ਦੂਜਾ ਪੁੱਤਰ ਜਨਮਿਆ। ਮਾਨਕ ਚੰਦ ਦੇ ਦਾਤਾਰ ਚੰਦ ਪੁੱਤਰ ਜਨਮਿਆ। ਦਾਤਾਰ ਚੰਦ ਦੇ ਪਹਾੜ ਚੰਦ ਜੀ ਜਨਮੇ। ਪਹਾੜ ਚੰਦ ਜੀ ਦੇ ਕੇਹਰ ਕਰਨ ਚੰਦ ਜੀ ਜਨਮੇ। ਕੇਹਰ ਕਰਨ ਚੰਦ ਜੀ ਦੇ ਨਿਹਾਲ ਚੰਦ ਜੀ ਜਨਮੇ। ਨਿਹਾਲ ਚੰਦ ਜੀ ਦੇ ਕਲਾਧਾਰੀ ਜੀ ਜਨਮੇ। ਕਲਾਧਾਰੀ ਜੀ ਦੇ ਜੀਤ ਜੀ ਜਨਮੇ। ਜੀਤ ਜੀ ਦੇ ਘਰ ਸਾਹਿਬ ਚੰਦ ਜੀ ਹੋਏ। ਇਹ ਵੇਦੀ ਸਨ। ਇਹ 1813 ਵਿੱਚ ਜਨਮੇ ਔਰ 1891 ਵਿੱਚ ਉਨੇ ਨਗਰ ਵਿੱਚ ਪਰਲੋਕ ਸੁਧਾਰ ਗਏ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।